ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਮੋਹਾਲੀ 'ਚ ਗੋਲੀਆਂ ਮਾਰ ਕੇ ਕਤਲ। ਮੋਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਪੂਰਾ ਮਾਮਲਾ। ਖੇਲ ਪੁਰਸਕਾਰ ਦਾ ਨਾਂ ਬਦਲਣ ਤੇ ਭੜਕੇ ਜੈਵੀਰ ਸ਼ੇਰਗਿੱਲ, ਭਾਜਪਾ ਸਰਕਾਰ ਤੇ ਕੱਢੀ ਭੜਾਸ। ਐਸਜੀਪੀਸੀ ਚੋਣ ਕਮਿਸ਼ਨਰ ਦਾ ਚਾਰਜ ਸੰਭਾਲਣ ਤੋਂ ਬਾਅਦ ਜਸਟਿਸ ਐਸਐਸਆਰਓ ਨੇ ਦੈਨਿਕ ਸਵੇਰਾ ਨਾਲ ਕੀਤੀ ਖਾਸ ਗੱਲਬਾਤ। ਚੋਣ ਪ੍ਰਕਿਰਿਆ ਨੂੰ ਲੈ ਕੇ ਕੀਤੀ ਗੱਲਬਾਤ। ਸਹਿਧਾਰੀ ਸਿੱਖ ਵੋਟਰਾਂ ਦੇ ਐਸਜੀਪੀਸੀ ਚੋਣਾਂ ਲਈ VOTING ਮਾਮਲੇ 'ਚ ਐਕਟ ਮੁਤਾਬਿਕ ਹੋਵੇਗਾ ਕੰਮ। ਗੁਰਦੁਆਰਾ ਚੋਣ ਕਮਿਸ਼ਨ ਨਹੀਂ ਕਰੇਗਾ ਤੈਅ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ 'ਚ ਤੁਹਾਡਾ ਸਵਾਗਤ ਹੈ ਤੇ ਮੈਂ ਹਰਮਨ। ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੈਕਟਰ 71 ਦੇ ਵਿੱਚ 10 ਤੋਂ 12 ਰਾਉਂਡ ਫਾਇਰ ਕੀਤੇ ਗਏ, ਜਿਸ ਨਾਲ ਖੂਨ ਨਾਲ ਲਥਪਥ ਹੋ ਕੇ ਉਹ ਜ਼ਮੀਨ ਤੇ ਡਿੱਗ ਪਿਆ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮਿੱਡੂ ਖੇੜਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉੱਥੇ ਘਟਨਾ ਦੇ ਸਮੇਂ ਮੌਕੇ ਤੇ ਮੌਜੂਦ ਚਸ਼ਮਦੀਦਾ ਨੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ। ਅੱਜ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਸੈਕਟਰ 71 ਦੀ ਮਾਰਕੀਟ ਦੇ ਵਿੱਚ। ਸਾਡੇ ਨਾਲ ਇੱਥੇ ਜੋ ਮੌਕੇ ਤੇ ਮੌਜੂਦ ਸਨ, ਉਹਨਾਂ ਦੇ ਗੁਆਂਢੀ, ਦੁਕਾਨ ਦੇ ਗੁਆਂਢੀ ਸਨ। ਇਸ ਰੀਅਲ ਏਸਟੇਟ ਦੀ ਦੁਕਾਨ ਤੇ ਵਿੱਕੀ ਮਿੱਡੂ ਖੇੜਾ ਅੱਜ ਸਵੇਰੇ 10:30 ਵਜੇ ਆਏ ਸਨ। ਉਸ ਤੋਂ ਬਾਅਦ ਉਹਨਾਂ ਤੇ ਗੋਲੀਆਂ ਚੱਲੀਆਂ, ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਸਾਡੇ ਨਾਲ ਵਾਲੀ ਗਵਾਂਢ ਦੇ ਵਿੱਚ ਦੁਕਾਨਦਾਰ ਜੋ ਹੈਗੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੁਨੀਲ ਕੁਮਾਰ ਹੈ ਜੀ। ਸੁਨੀਲ ਜੀ, ਕੀ ਹੋਇਆ ਕੀ ਸੀ, ਤੁਸੀਂ ਕੀ ਦੇਖਿਆ? ਭਾਜੀ ਅਸੀਂ ਅੰਦਰ ਬੈਠੇ ਸੀ ਆਪਣੀ ਲੈਬ 'ਚ, ਤੇ ਬਾਹਰ ਨਾ ਗੋਲੀ ਚੱਲਣ ਦੀ ਆਵਾਜ਼ ਆਈ, ਪਟਾਕੇ ਚੱਲਣ ਦੀ ਆਵਾਜ਼ ਆਈ ਸੀ, ਪਟਾਕੇ ਚੱਲਦੇ ਪਏ ਕਿਤੇ। ਤੇ ਬਾਹਰ ਅਸੀਂ ਦੇਖਿਆ ਤੇ ਭਾਜੀ ਦੇ ਗੋਲੀ ਚੱਲ ਰਹੀ ਸੀ। ਕਿੰਨੀਆਂ ਗੋਲੀਆਂ? ਉਹਨਾਂ ਦੇ ਇੱਕ ਉੱਥੇ ਲੱਗੀ ਹੈ ਜੀ ਗੱਡੀ ਕੋਲ, ਇੱਕ ਉਹਨਾਂ ਦੀ ਸਾਡੇ ਲੈਬ ਦੇ ਬਿਲਕੁਲ ਸਾਹਮਣੇ ਲੱਗੀ ਆ ਕੇ। ਹਾਂਜੀ। ਤੇ ਕਿੰਨੇ ਲੋਕ ਸਨ ਜਿਹੜੇ ਆਏ ਸਨ? ਦੋ ਫਾਇਰਿੰਗ ਕਰਨ ਵਾਲੇ 2 ਜਣੇ ਸੀ, ਪਰ 2 ਜਣੇ ਗੱਡੀ ਵਿੱਚ ਬੈਠੇ ਸੀ ਉਹਨਾਂ ਦੇ। 4 ਜਣੇ? 4 ਜਣੇ ਟੋਟਲ ਸੀ। ਕਿਹੜੀ ਗੱਡੀ 'ਚ ਸੀ? i20 ਵੀਰੇ ਉਹਨਾਂ ਦਾ, ਵਾਈਟ ਕਲਰ ਦੀ। ਉਸ ਤੋਂ ਬਾਅਦ ਨਿਕਲ ਕੇ ਉਹਨਾਂ ਨੇ ਇੱਥੇ ਹੀ ਗੋਲੀਆਂ ਮਾਰੀਆਂ? ਇੱਥੇ ਨਹੀਂ ਮਾਰੀਆਂ ਗੋਲੀਆਂ, ਇੱਥੋਂ ਉਹ ਭੱਜ ਗਏ ਸੀ, ਪਿੱਛੋਂ ਫਾਇਰਿੰਗ ਕਰਦੇ ਪਿੱਛੇ ਭੱਜੇ ਉਹਨਾਂ ਦੇ। ਕਿੰਨੀਆਂ ਗੋਲੀਆਂ ਲਗਭਗ ਕਿੰਨੀਆਂ ਗੋਲੀਆਂ ਚੱਲੀਆਂ? ਇੱਥੇ ਤਾਂ 4-5 ਚੱਲੀਆਂ ਜੀ। ਅੱਛਾ। ਬਾਕੀ ਅੱਗੇ ਜਾ ਕੇ 10-12 ਅੱਗੇ ਚੱਲੀਆਂ, ਉੱਥੇ ਜਾ ਕੇ ਪਾਰਕਿੰਗ ਵਿੱਚ ਜਾ ਕੇ। ਵਿੱਕੀ ਮਿੱਡੂ ਖੇੜਾ ਨੂੰ ਜਾਣਦੇ ਹੋ ਤੁਸੀਂ? ਕੌਣ ਹੈ? ਮੈਂ ਨਹੀਂ ਜਾਣਦਾ ਜੀ। ਤੁਸੀਂ ਦੇਖਿਆ ਵੈਸੇ ਵੀ ਅਸੀਂ ਪਹਿਲੇ ਫਸਟ ਟਾਈਮ ਦੇਖਿਆ ਉਹਨਾਂ ਨੇ ਇੱਥੇ। ਅੱਛਾ, ਪਹਿਲਾਂ ਵੀ ਆਉਂਦੇ ਹੁੰਦੇ ਸਨ? ਨਹੀਂ, ਆਉਂਦੇ ਆ, ਪਰ ਅਸੀਂ ਧਿਆਨ ਨਹੀਂ ਦਿੱਤਾ ਉਹਨਾਂ ਦੇ ਇੱਥੇ ਆਉਂਦੇ ਜਾਂਦੇ। ਉਸ ਤੋਂ ਬਾਅਦ ਜਦੋਂ ਗੋਲੀਆਂ ਲਈਆਂ, ਉਹਨਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੋਗੀ ਕਿ ਆਪਣੀ ਬਹੁਤ ਕੋਸ਼ਿਸ਼ ਕੀਤੀ ਹੈ ਬਚਾਅ ਕਰਨ ਦੀ, ਪਰ ਪਹਿਲਾਂ ਇੱਧਰ ਭੱਜਣ ਲੱਗੇ ਸੀ, ਅੱਗੋਂ ਫਿਰ ਫਾਇਰਿੰਗ ਕਰਨ ਵਾਲੇ ਸੀ, ਫਿਰ ਇੱਧਰ ਭੱਜ ਗਏ ਵਾਪਸੀ ਦੇ। ਬੰਦੇ ਖੜੇ ਹੋਏ ਸੀਗੇ, ਇੱਕ ਬੰਦਾ ਇੱਧਰ ਖੜਿਆ ਸੀਗਾ, ਇੱਕ ਉੱਧਰ ਖੜਿਆ ਸੀਗਾ, ਪਰ ਉਹ ਇੱਧਰੋਂ ਭੱਜ ਗਏ, ਫਿਰ ਇੱਧਰ ਭੱਜੇ ਆ ਜਦੋਂ ਵਾਪਸ। ਫਿਰ ਉਹ ਕਮਿਊਨਿਟੀ ਹਾਲ ਦੀ ਕੰਧ ਟੱਪ ਕੇ ਗਏ ਆ। ਕੰਧ ਟੱਪ ਕੇ ਗਏ ਆ, ਫਿਰ ਉਹ ਗੋਲੀਆਂ ਉਹਨਾਂ ਦੇ ਪਿੱਛੇ ਉੱਦਾਂ ਹੀ ਫਾਇਰ ਕਰਦੇ ਗਏ। ਫਿਰ ਉਹ ਡਿੱਗ ਪਏ, ਜਾ ਕੇ ਅੰਦਰ ਡਿੱਗ ਪਿਆ, ਉਹ ਤੋਂ ਜ਼ਿਆਦਾ ਉਹਨਾਂ ਨੇ ਗੋਲੀਆਂ ਮਾਰੀਆਂ। ਜਦੋਂ ਡਿੱਗੇ ਪਏ ਨੂੰ ਵੀ ਗੋਲੀਆਂ ਮਾਰੀਆਂ? ਪਏ ਨੂੰ ਵੀ ਗੋਲੀਆਂ ਮਾਰੀਆਂ ਉਹਨਾਂ ਨੇ। ਫਿਰ ਜਾ ਕੇ ਸ਼ਾਇਦ ਉਹ ਭੱਜ ਗਿਆ, ਔਰ ਫਿਰ PCR ਵਗੈਰਾ ਆਈ ਉੱਥੇ। 2 ਬੰਦੇ ਸੀਗੇ ਜਿਹੜੇ ਗੋਲੀਆਂ ਮਾਰ ਰਹੇ ਸੀ? 2 ਗੱਡੀ ਵਿੱਚ ਸੀ, ਔਰ 2 ਬੰਦੇ ਫਾਇਰ ਕਰਨ ਵਾਲੇ 2 ਬੰਦੇ ਸੀ। ਗੱਡੀ 'ਚ ਅੱਗੇ ਬੈਠੇ ਸੀ ਬੰਦੇ ਜਿਹੜੇ 2? ਇਹ ਨਹੀਂ ਕੁਝ ਕਹਿ ਸਕਦੇ, ਹੁਣ ਦੇਖਿਆ ਨਹੀਂ ਪ੍ਰੋਪਰ ਚੰਗੀ ਤਰ੍ਹਾਂ, ਕਿ 2 ਬੰਦੇ ਉਹਨਾਂ ਦੇ ਨਾਲ ਗੱਡੀ ਤੇ ਸੀਗੇ ਸਾਈਡ ਤੇ, ਔਰ 2 ਬੰਦੇ ਫਾਇਰਿੰਗ ਕਰਨ ਵਾਲੇ ਉਹਨਾਂ ਦੇ ਪਿੱਛੇ ਭੱਜ ਰਹੇ ਸੀ। ਅੱਛਾ, ਭੱਜ ਰਹੇ ਸੀ। ਹਾਂਜੀ। ਉਹ ਬਚਾਉਣ ਦੀ ਕੋਸ਼ਿਸ਼? ਉਹ ਭਜਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਉਹ ਇੱਧਰ ਚਲੇ ਜਾਂਦੇ, ਸ਼ਾਇਦ ਬਚ ਜਾਂਦੇ, ਬਟ ਉਹ ਇੱਧਰ ਗਏ ਨਹੀਂ। ਇੱਧਰ ਇੱਕ ਬੰਦਾ ਖੜਾ ਸੀ, ਇੱਕ ਉੱਧਰ ਭੱਜ ਗਿਆ। ਅੱਛਾ, ਕਮਿਊਨਿਟੀ ਸੈਂਟਰ ਵੱਲ ਭੱਜ ਗਏ? ਹਾਂਜੀ ਹਾਂਜੀ ਹਾਂਜੀ, ਉਹਦੀ ਕੰਧ ਟੱਪ ਕੇ ਅੰਦਰ ਗਏ ਜੀ ਬਚਣ ਦੇ ਲਈ, ਵੀ ਸ਼ਾਇਦ ਅੰਦਰ ਕੋਈ ਉਹਨਾਂ ਨੂੰ ਨਾ ਪਤਾ ਲੱਗੇ। ਵਿੱਕੀ ਦੇ ਨਾਲ ਹੋਰ ਵੀ ਲੋਕ ਸਨ? ਨਹੀਂ, ਉਹ ਇਕੱਲੇ ਸੀਗੇ, ਅੱਜ ਇਕੱਲੇ ਆਏ ਸੀ। ਗੱਡੀ ਦੇ ਵਿੱਚ ਇਕੱਲੇ ਸੀ? ਇਕੱਲੇ ਸੀ, ਹਾਂਜੀ ਬਿਲਕੁਲ ਇਕੱਲੇ ਸੀ। ਉਹ ਜਾ ਰਹੇ ਸੀ ਇੱਥੋਂ ਵਾਪਸ, ਆਪਣਾ ਕੰਮ ਕੰਪਲੀਟ ਕਰਕੇ ਵਾਪਸ ਜਾ ਰਹੇ ਸੀ। ਜਾਂਦੇ ਸਮੇਂ ਉਹਨਾਂ ਤੇ ਇੱਕ ਫਾਇਰ ਹੋਇਆ, ਉਹਨਾਂ ਦੇ ਗੱਡੀ ਦੇ ਸ਼ੀਸ਼ੇ ਤੇ ਵੀ ਲੱਗੀ ਗੋਲੀ। ਫਿਰ ਉਹਨਾਂ ਦੇ ਗੋਲੀ ਲੱਗੀ, ਇੱਕ ਗੋਲੀ ਇੱਥੇ ਲੈਬ ਦੇ ਸਾਹਮਣੇ ਲੱਗੀ ਸਾਡੀ। ਜਦੋਂ ਉਹ ਅੰਦਰੋਂ ਬਾਹਰ ਆਏ ਤਾਂ ਉਹ ਗੱਡੀ ਦੇ ਵਿੱਚ ਬੈਠ ਗਏ ਸੀ? ਅੰਦਰੋਂ ਬਾਹਰ ਆ ਕੇ ਸ਼ਾਇਦ ਹਲੇ ਗੱਡੀ ਦਾ ਦਰਵਾਜ਼ਾ ਖੋਲਣ ਲੱਗੇ ਸੀ ਆਪਣਾ। ਖੁੱਲੇ ਸੀ? ਹਾਂ, ਖੁੱਲਿਆ ਵੀ ਨਹੀਂ ਸੀ ਦਰਵਾਜ਼ਾ, ਉਹਨਾਂ ਕੋਲ ਚਾਬੀ ਲਗਾਈ ਸੀ ਉਹਨਾਂ ਨੇ ਆਪਣੀ ਗੱਡੀ ਦੀ। ਉਸੇ ਤਰ੍ਹਾਂ ਉਹਨਾਂ ਦੇ ਪੈਸੇ ਬਾਰੀ ਉੱਥੇ ਡਿੱਗ ਗਿਆ, ਸਾਰਾ ਕੁਝ ਵੀ ਉੱਥੇ ਡਿੱਗ ਗਿਆ। ਉਹਨਾਂ ਦਾ ਮੋਬਾਈਲ ਵੀ ਉੱਥੇ ਡਿੱਗ ਗਿਆ, ਸਾਰਾ ਕੁਝ। ਕੁਝ ਪੈਸੇ ਸੀਗੇ ਉਹਨਾਂ ਕੋਲ, ਔਰ ਮੋਬਾਈਲ ਵੀ ਉਹਨਾਂ ਦਾ ਉੱਥੇ ਡਿੱਗ ਗਿਆ। ਜਿੱਦਾਂ ਉਹਨਾਂ ਨੇ ਫਾਇਰਿੰਗ ਕਰੀ ਤਾਂ ਉਹ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਗੱਡੀ ਦੀ ਚਾਬੀ ਵੀ ਸ਼ਾਇਦ ਉੱਥੇ ਡਿੱਗ ਗਈ। ਹਾਂਜੀ, ਤੇ ਪੁਲਿਸ ਆ ਕੇ ਲੈ ਗਈ? ਗੱਡੀ ਪੁਲਿਸ ਲੈ ਗਈ। ਦੂਜੇ ਪਾਸੇ ਵਿੱਕੀ ਮਿੱਡੂ ਖੇੜਾ ਦੀ ਮੌਤ ਦੇ ਬਾਰੇ 'ਚ ਮੋਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਕਿਵੇਂ ਮਿੱਡੂ ਖੇੜਾ ਦਾ ਕਤਲ ਕੀਤਾ ਗਿਆ। ਉਹਨਾਂ ਕਿਹਾ ਕਿ ਹੱਤਿਆ ਕਿਸ ਵਜ੍ਹਾ ਤੋਂ ਕੀਤੀ ਗਈ, ਇਸ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਦੇ ਵੱਲੋਂ ਮਾਮਲੇ ਦੀ ਤਫਤੀਸ਼ ਜਾਰੀ ਹੈ ਤੇ ਜਲਦੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਮੈਂ ਹਲੇ ਸਿਰਫ ਇੰਨਾ ਹੀ ਦੱਸ ਸਕਦਾ ਕਿ 4 ਆਦਮੀ ਟੋਟਲ ਆਏ ਸੀਗੇ ਜੀ, i20 ਵਾਈਟ ਕਲਰ ਦੀ, ਔਰ ਵਿੱਕੀ ਮਿੱਡੂ ਖੇੜਾ ਇਹਨੂੰ ਗੋਲੀਆਂ ਮਾਰੀਆਂ, ਔਰ ਅਨਫੋਰਚੂਨਟਲੀ ਐਕਸਪਾਇਰ ਹੋ ਗਿਆ। ਬਾਕੀ ਅਸੀਂ ਸਾਰੀ ਤਫਤੀਸ਼ ਕਰ ਰਹੇ ਹਾਂ ਕਿ ਇਹਦੇ ਪਿੱਛੇ ਕੀ ਹੈ, ਕੀ ਨਹੀਂ, ਕੌਣ ਬੰਦੇ ਸੀ। ਸੀਸੀਟੀਵੀ ਦੀ ਇਨਵੈਸਟੀਗੇਸ਼ਨ ਹਲੇ ਮੈਂ ਉਹੀ ਦੱਸ ਰਿਹਾ ਜੀ, ਅਸੀਂ ਸਾਰਾ ਕਰ ਰਹੇ ਹਾਂ, ਕਿਉਂਕਿ ਘੰਟਾ ਪਹਿਲਾਂ ਦੀ ਹੀ ਸਾਰੀ ਗੱਲ ਹੈ। ਸਾਰਾ ਵੈਰੀਫਾਈ ਕਰਕੇ ਜੋ ਪ੍ਰੋਗਰੈਸ ਹੋਊਗੀ ਤੇ ਅਸੀਂ ਤੁਹਾਨੂੰ ਰਿਪੋਰਟ ਕਰਾਂਗੇ। ਸਰ, ਹਲੇ ਪਤਾ ਲੱਗਿਆ ਵੀ ਇੱਥੇ ਕੀ ਕਰਨ ਆਇਆ ਸੀਗਾ ਵਿੱਕੀ, ਕਿਉਂਕਿ ਇੱਥੇ ਰਹਿੰਦਾ ਤਾਂ ਕਤਰ ਦੇ ਵਿੱਚ ਸਾਨੂੰ ਨਹੀਂ ਪਤਾ ਵੀ ਇੱਥੇ ਕੀ ਕਰਨ ਦੁਕਾਨ। ਇੱਥੇ ਜਿੰਨਾ ਕਿ ਇਹਨਾਂ ਨੇ ਦੱਸਿਆ ਕਿ ਸ਼ਾਇਦ ਕੋਈ ਪ੍ਰਾਪਰਟੀ ਵਗੈਰਾ ਆਪਣਾ ਇਹ
ਉਹਦਾ ਸੇਲ ਪਰਚੇਜ਼ ਦੇ ਕੁਝ ਉਸ ਮਕਸਦ ਲਈ ਆਇਆ ਸੀਗਾ ਉਸ ਚੀਜ਼ ਨਹੀਂ, ਮੈਂ ਕੋਈ ਹਲੇ ਦੇ ਬਾਰੇ ਕੁਝ ਨਹੀਂ ਤੁਹਾਨੂੰ ਦੱਸ ਸਕੂੰਗਾ। ਔਰ ਇਹਦੇ ਜਿੱਦਾਂ ਕੇਸ ਦੀ ਪ੍ਰੋਗਰੈਸ ਹੋਊਗੀ, ਕੋਈ ਵੀ ਚੀਜ਼ ਅਸੀਂ ਜਦ ਤੱਕ ਨਤੀਜੇ ਤੇ ਨਹੀਂ ਪਹੁੰਚੇ ਤਦ ਤੱਕ ਮੈਂ ਸਰ ਕਿੰਨੇ ਰਾਉਂਡ ਫਾਇਰਿੰਗ ਹੋਈ ਹੈ ਹੁਣ ਤੱਕ ਦੀ? ਰੌਂਦ ਤਕਰੀਬਨ ਜੋ ਉੱਥੇ ਹਸਪੀਟਲ ਤੋਂ ਮੈਂ ਹੋ ਕੇ ਆਇਆ ਉੱਥੇ ਤਕਰੀਬਨ 8 ਤੋਂ 9 ਰੌਂਦ ਲੱਗੇ। ਸਰ ਵਿੱਕੀ ਖੇੜਾ ਇਕੱਲਾ ਹੀ ਸੀਗਾ? ਐਕਚੁਅਲੀ ਹਲੇ ਉੱਥੇ ਚੱਲ ਹੀ ਰਿਹਾ ਸੀ, ਡਾਕਟਰ ਸਾਰੇ ਅੰਦਰ ਸੀਗੇ, ਸਾਰੀ ਚੀਜ਼ਾਂ ਸੀ। ਸਰ ਵਿੱਕੀ ਖੇੜਾ ਇਕੱਲਾ ਹੀ ਸੀਗਾ, ਕੋਈ ਨਾਲ ਹੋਰ ਵੀ ਸੀ? ਠੀਕ ਹੈ, ਥੈਂਕ ਯੂ ਖੇਡ ਰਤਨ ਪੁਰਸਕਾਰ ਦਾ ਨਾਂ ਰਾਜੀਵ ਗਾਂਧੀ ਹਟਾ ਕੇ ਹੁਣ ਮੇਜਰ ਧਿਆਨ ਚੰਦ ਦੇ ਨਾਮ ਤੇ ਰੱਖ ਦਿੱਤਾ ਗਿਆ, ਜਿਸ ਦੇ ਚੱਲਦੇ ਮਾਮਲੇ ਤੇ ਸਿਆਸਤ ਵੀ ਲਗਾਤਾਰ ਭਖ ਰਹੀ ਹੈ। ਉੱਥੇ ਹੀ ਕਾਂਗਰਸ ਪਾਰਟੀ ਦੇ ਨੇਤਾ ਜੈਵੀਰ ਸ਼ੇਰਗਿੱਲ ਨੇ ਵੀ ਭਾਜਪਾ ਸਰਕਾਰ ਨੂੰ ਆੜੇ ਹੱਥੀ ਲਿਆ ਤੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਕੁਰਬਾਨੀ ਅਤੇ ਜੋ ਉਹਨਾਂ ਨੇ ਦੇਸ਼ ਲਈ ਸੇਵਾ ਕੀਤੀ ਹੈ ਉਹ ਕਿਸੇ ਵੀ ਸਟੇਡੀਅਮ ਅਤੇ ਨਾਮ ਪਲੇਟ ਦਾ ਮੁਹਤਾਜ ਨਹੀਂ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਭਾਜਪਾ ਸਰਕਾਰ ਬੜੀ ਹੀ ਗੰਦੀ ਤੇ ਸਸਤੀ ਰਾਜਨੀਤੀ ਕਰ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਭਾਜपा ਦੀ सरकार गेम चेंजिंग सरकार नहीं बल्कि नेम चेंजिंग सरकार है। मोदी सरकार द्वारा राजीव गांधी खेल रत्न पुरस्कार का नाम अब बदलकर मेजर ध्यानचंद पुरस्कार कर दिया गया और इसके साथ ही इस पर सियासत भी शुरू हो गई। कई लोग अब ये सवाल उठा रहे हैं कि एक स्टेडियम प्रधानमंत्री नरेंद्र मोदी के नाम पर गुजरात में है, उसका भी नाम बदला जाना चाहिए। हमारे साथ जयवीर शेरगिल जी हैं, कांग्रेस के प्रवक्ता वरिष्ठ नेता। आप क्या कहेंगे इस पे, जिस तरह का बदलाव किया है? देखिए, पूर्व प्रधानमंत्री श्री राजीव गांधी की जो पहचान है, कुर्बानी है, जो इस देश के प्रति प्रेम या सेवा किसी स्टेडियम के नाम का मोहताज नहीं है, ना ही किसी नेम प्लेट का मोहताज है। ये जो भाजपा का निर्णय है ये दोगलापन झलकाता है, सस्ती हल्की और छोटी राजनीति झलकाता है। क्योंकि कोई दिक्कत नहीं है, देश के हर स्टेडियम का नाम प्लेयर और कोच के नाम पे रख देना चाहिए। फिर जो नीति है, एक देश एक कानून होना चाहिए। अगर जितने राजनेताओं नेताओं के नाम पे स्टेडियम बने हुए हैं उनको हटा के सारे प्लेयरों के और कोचेस के नाम पे रख देना चाहिए। सत्य तो ये है कि भाजपा की जो सरकार है वो एक गेम चेंजिंग सरकार नहीं है, बल्कि केवल नेम चेंजिंग सरकार है। वो केवल नेम प्लेट बदलना जानते हैं, पर ये जितनी मर्जी नेम प्लेट बदल दे, देश जानता है इनकी गुनाहों की जो स्लेट है वो साफ नहीं होने वाली। आज जो हिसाब देना चाहिए पार्लियामेंट, जो ये भाजपा चलने नहीं दे रही कि 2014 के बाद स्पोर्ट्स के लिए क्या क्या किया गया है, कितने फंड और गए हैं, कितने और स्टेडियम्स की मुरम्मत हुई है। तो अगर सही मायने में हर राजनीतिक दल को ऊपर उठ के देना है, एक उदाहरण देना है, तो सबसे पहले गुजरात के स्टेडियम का नाम बदलना चाहिए। सरदार पटेल स्टेडियम, केवल मूर्ति बनाना सरदार पटेल जी को असली जो हमने इज्जत बख्शी है, उसके अलावा स्टेडियम का अपना नाम रखना है। मुझे तो अब डर है कि वो दिन आ ना जाए जहाँ हमारे नोटों पे बापू महात्मा गांधी की तस्वीर बदल के कहीं भाजपा सरकार नथुराम गोडसे की तस्वीर ना लगा दे। मेरा सवाल यही था कि 320 करोड़ रुपया का जो है बजट काटा गया है खेलों में। एक तरफ ओलंपिक चल रहा है, दूसरी तरफ प्रधानमंत्री ने ये दिखाने की कोशिश की कि वो मेजर ध्यानचंद को जो हरियाणा के गृह मंत्री अनिल विज ने एक बार फिर अपनी दबंगगिरी दिखाई है। दरअसल अनिल विज पंचकुला के सैक्टर 5 के पुलिस स्टेशन पहुंचे, जिथे उन्होंने वालों थाने के सारे रिकॉर्ड चैक किए गए और मौके पर मौजूद सारे पुलिस कर्मचारियों की क्लास भी लगाई गई। इस दौरान अनिल विज ने थानेदार के सामने ही शिकायतकर्ता की शिकायत भी सुनी ते कोई कार्रवाई ना करने के चलते थाना प्रभारी सने 3 होर मुलाजमान को सस्पेंड भी कर दिता। दस दें कि सैक्टर 5 के थाना च मौजूद मुंशी ते लापरवाही के आरोप लगे सन, जिस दे चलते गृह मंत्री अनिल विज वालों थाने च जाके रिकॉर्ड चैक किए गए। हरियाणा के गब्बर कहे जाने वाले गृह मंत्री अनिल विज ने एक बार फिर अपनी गब्बरगिरी दिखाई है। बीते दिन अनिल विज पंचकूला के सैक्टर 5 के पुलिस स्टेशन में पहुंचे सन, जिथे उन्होंने थाने के सारे रिकॉर्ड चैक किए, थाने के विच पुलिस मुलाजमां की चंगी क्लास लगाई। इस दौरान थानेदार के सामने ही अनिल विज ने शिकायतकर्ता की शिकायत सुनी, जिस तो बाद थानेदार नूं खूब फटकार भी लगाई, जिस तो बाद ड्यूटी ते मौजूद थाना प्रभारी ललित शर्मा नूं सस्पेंड कर दिता गया। इस तो इलावा 3 पुलिस कर्मियों ते भी अनिल विज ने एक्शन लैंदिया होया उन्हां नूं सस्पेंड कर दिता है। इत्थों तक कि गृह मंत्री की आने की खबर सुन के पुलिस कमिश्नर सौरभ सिंह ते डीसीपी मोहित होंडा नूं भी पहुंचना पिया। सैक्टर 5 थाना के मुंशी ते लापरवाही के आरोप लगे सन, जिस तो बाद विज ने डीसीपी ते सीपी नूं सवाल कीते ਅਤੇ मुंशी के खिलाफ FIR दर्ज करन लुकिया। अनिल विज का यह रूप देख के पुलिस मुलाजमां दे तां होश ही उड़ गए। जिस तरीके नाल अनिल विज दे वल्लों अपनी गब्बरगिरी दिखाई गई, इस दी वीडियो हुण सोशल मीडिया ते काफी वायरल हो रही है।
अच्छा जी, वो आपने लिखा कि मैं आपकी कार्रवाई से संतुष्ट नहीं हूँ, तो यहाँ इन्होंने उस पर कार्रवाई नहीं की। और क्या कहना चाहते हैं इस बारे में? वो तो मैं समझ गया। हाँ, तो जब 498 406 लगी हुई है वो समझ गया। इन्होंने आप ये जो इमरान गुजारा थे उनमें से किसी को नहीं पकड़ा। सर एक ही हाई कोर्ट से बेल हुई है, 3 की सेशन से चारों ये तो कह रहे बेल हुई है हाई कोर्ट से। उन्हें पहले टाइम दिया होगा ना बेल कराने का। हाँ, उन्हें कोई रिकवरी करी सामान की, लड़की का कोई सामान रिकवर करवाया तुमने, तुम्हारा सामान रिकवर हो गया सारा। खबर है सर, और भी कोई भी है नहीं, दरअसल दूसरा कोई है। ज्वेलरी थी, ज्वेलरी का भी सर कोर्ट में इन्होंने कराया था। इन्होंने जो कोई ज्वेलरी के आइटम थी सर, वो कहने लगे कि हमारे पास सर मुँह से बोल के बता क्या करा था? सीरिया अनिल विज। तो ये भी पता कि अनिल विज ने किसी को छोड़ा नहीं, और तुम कार्रवाई करने की बजाय दूसरों को मौका दे देते हो। वो कह रही है कुछ भी नहीं करा इन्होंने, इसलिए यहाँ से केस ट्रांसफर करना चाहती है, और तू एप्लीकेशन रख के यहाँ बैठा हुआ। सर मेरे पास आप पूछ लो सर, 2 बार आए हैं, परसों कल भी आए थे उनके फादर और पर कल भी मैंने सर वही कह दिया, आप अपनी जो ग्रीवियंस है प्रॉपर पूरा लिख के दो, उसके हिसाब से जो भाई तेरे से वो कराना ही नहीं चाहते। मैं कराता हूँ कार्रवाई, नोट करो भी, एफआईआर नंबर वगैरह सब कुछ नोट कर लिया सर, उसकी फोटो ले लो। महिला और बाल विकास विभाग में वो भी इस ग्रुप के साथ शामिल था सर, और इनका बेसिक मॉडल की कोई चीज ही नहीं है यहाँ, कोई कायदे से एक भी काम नहीं, एक भी काम नहीं हो रहा। दैनिक सवेरा ਲਈ सूरज प्रकाश ਦੀ ਰਿਪੋर्ट। ਵਿਵਾਦਾਂ 'ਚ ਘਿਰੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਲੱਗਿਆ। ਵਿਜੀਲੈਂਸ ਵਿਭਾਗ ਵੱਲੋਂ ਦਰਜ ਕੀਤੇ ਗਏ ਮੁਕੱਦਮੇ 'ਚ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਹੁਣ ਕਿਸੇ ਵੀ ਸਮੇਂ ਸੁਮੇਧ ਸੈਣੀ ਦੀ ਗ੍ਰਿਫਤਾਰੀ ਹੋ ਸਕਦੀ ਹੈ। ਦੱਸਦੇ ਕਿ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦੀ ਸਪੈਸ਼ਲ ਕੋਰਟ ਦੇ ਜੱਜ ਪਰਵਿੰਦਰ ਸਿੰਘ ਗਰੇਵਾਲ ਨੇ ਆਦੇਸ਼ ਦਿੱਤਾ ਸੀ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਦਰਜ ਵਿਜੀਲੈਂਸ ਵਿਭਾਗ ਦੇ ਮੁਕੱਦਮੇ 'ਚ ਵਿਜੀਲੈਂਸ ਵੱਲੋਂ ਪੁੱਛਗਿੱਛ ਜ਼ਰੂਰੀ ਹੈ, ਜਿਸ ਦੇ ਚੱਲਦੇ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਐਸਜੀਪੀਸੀ ਚੋਣ ਕਮਿਸ਼ਨਰ ਦਾ ਚਾਰਜ ਸੰਭਾਲਣ ਤੋਂ ਬਾਅਦ ਜਸਟਿਸ ਐਸਐਸਆਰਓ ਨੇ ਦੈਨਿਕ ਸਵੇਰਾ ਨਾਲ ਖਾਸ ਗੱਲਬਾਤ ਕੀਤੀ। ਐਸਐਸਆਰਓ ਨੇ ਲੈਂਡ ਲੀਜ਼ਿੰਗ ਐਂਡ ਟੈਨੈਂਸੀ ਐਕਟ ਦੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਨਵੇਂ ਕਾਨੂੰਨ ਦੇ ਮੁਤਾਬਕ ਹੁਣ ਜੋ ਜ਼ਮੀਨ ਠੇਕੇ ਤੇ ਲਵੇਗਾ ਉਸ ਨੂੰ ਕਿਸੇ ਵੀ ਤਰੀਕੇ ਨਾਲ ਮਾਲਕਾਨਾ ਹੱਕ ਨਹੀਂ ਮਿਲੇਗਾ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਜਦੋਂ ਕੋਈ 6 ਸਾਲ ਤੋਂ ਜ਼ਿਆਦਾ ਜ਼ਮੀਨ ਠੇਕੇ ਤੇ ਲੈਂਦਾ ਸੀ ਤਾਂ ਗਿਰਦਾਵਰੀ ਕਿਰਾਏਦਾਰ ਦੇ ਨਾਮ ਤੇ ਹੋ ਜਾਂਦੀ ਸੀ, ਜੋ ਕਿ ਹੁਣ ਬੰਦ ਕਰ ਦਿੱਤੀ ਗਈ ਹੈ। ਲੈਂਡ ਲੀਜ਼ਿੰਗ ਐਂਡ ਟੈਨੈਂਸੀ ਐਕਟ ਦੇ ਤਹਿਤ ਜੇਕਰ ਕੋਈ ਆਪਣੀ ਜ਼ਮੀਨ ਠੇਕੇ ਤੇ ਦੇ ਕੇ ਵਿਦੇਸ਼ ਵੀ ਚਲਾ ਜਾਂਦਾ ਹੈ ਤਾਂ ਜ਼ਮੀਨ ਤੇ ਉਸ ਦਾ ਮਾਲਕਾਨਾ ਹੱਕ ਰਹੇਗਾ। ਤੁਸੀਂ ਲੈਂਡ ਲੀਜ਼ਿੰਗ ਐਂਡ ਟੈਨੈਂਸੀ ਐਕਟ ਬਣਾਇਆ ਨਵਾਂ। ਹਾਂਜੀ, ਇਹ ਲੈਂਡ ਲੀਜ਼ਿੰਗ ਐਂਡ ਟੈਨੈਂਸੀ ਐਕਟ ਕੀ ਹੈਗਾ ਜੋ ਜਸਟਿਸ ਐਸਐਸਆਰਓ ਨੇ ਬਣਾਇਆ? ਇਹਦੇ ਵਿੱਚ ਮੇਨ ਮੁੱਦਾ ਇਹ ਹੈਗਾ ਜੀ ਵੀ ਪੰਜਾਬ ਦੇ ਵਿੱਚ ਨਾ ਜੀ ਜਿਹੜਾ ਵੀ ਟੈਨੈਂਟ ਹੁੰਦਾ ਸੀ ਨਾ ਜੀ, ਜੇ ਉਹਦੇ ਨਾਮ 6 ਸਾਲ ਦੀ ਗੁਰਦੌਰੀ ਹੋ ਜਾਂਦੀ ਸੀ ਤਾਂ ਉਹਨੂੰ ਮਾਲਕਾਨਾ ਹੱਕ ਮਿਲ ਜਾਂਦਾ ਸੀ ਜੀ, ਪ੍ਰੋਪਰਾਈਟਰੀ ਰਾਈਟਸ ਮਿਲ ਜਾਂਦੇ ਸੀ ਵੀ ਉਹ ਪੰਜਾਬ ਆਕੂਪੈਂਸੀ ਟੈਨੈਂਟ ਵੇਸਟਿੰਗ ਆਫ ਪ੍ਰੋਪਰਾਈਟਰੀ ਰਾਈਟਸ ਐਕਟ ਦੇ। ਸੋ ਇਸ ਕਰਕੇ ਨਾ ਜੀ ਜ਼ਿਮੀਂਦਾਰ ਜਿਹੜੇ ਸੀ ਜੇ ਉਹ ਆਪਣਾ ਜ਼ਮੀਨ ਠੇਕੇ ਤੇ ਦਿੰਦੇ ਵੀ ਸੀ ਜਾਂ ਅੱਜ ਵੀ ਦਿੰਦੇ ਨੇ, ਉਹ ਟੈਨੈਂਟ ਦਾ ਨਾਮ ਕਾਗਜ਼ਾਂ ਵਿੱਚ ਨਹੀਂ ਆਉਣ ਦਿੰਦੇ ਵੀ ਕੱਲ੍ਹ ਨੂੰ ਇਹ ਮਾਲਕਾਨਾ ਹੱਕ ਨਾਮ। ਕੋਈ ਵੀ ਆਪਣੀ ਜ਼ਮੀਨ ਠੇਕੇ ਤੇ ਨਹੀਂ ਦੇਗਾ ਵੀ ਜੇ ਉਹਦੇ ਮਾਲਕਾਨਾ ਹੱਕ ਖਤਮ ਹੋ ਜਾਣ। ਇਸ ਲਈ ਇਹ ਅਸੀਂ ਉਸ ਨੂੰ ਅਬੋਲਿਸ਼ ਕਰ ਰਹੇ ਹਾਂ ਜੀ। ਨੰਬਰ 1 ਵੀ ਕਿਸੇ ਵੀ ਕੀਮਤ ਤੇ ਜਿਹੜਾ ਜ਼ਮੀਨ ਠੇਕੇ ਤੇ ਦੇਗਾ ਉਹਨੂੰ ਜਿਹੜਾ ਟੈਨੈਂਟ ਹੋਏਗਾ, ਉਹਦਾ ਜਿਹੜਾ ਲੈਸੀ ਹੋਏਗਾ, ਉਹਨੂੰ ਮਾਲਕਾਨਾ ਹੱਕ ਨਹੀਂ ਮਿਲੇਗਾ ਐਂਡ ਇਟ ਵਿਲ ਨਾਟ ਇੰਪੈਕਟ ਦੀ ਓਨਰਸ਼ਿਪ ਰਾਈਟਸ ਆਫ ਦੀ ਲੈਂਡ ਓਨਰ। ਇਹਦੇ ਨਾਲ ਜੀ ਬੜਾ ਵੱਡਾ ਜਿਹੜੇ ਸਾਡੇ ਸਿੱਖ ਬਾਹਰ ਗਏ ਹੋਏ ਨੇ ਨਾ ਜੀ, ਜ਼ਿਮੀਂਦਾਰ ਸਿੱਖ ਕੀ ਜਿਹੜੇ ਵੀ ਜ਼ਿਮੀਂਦਾਰ ਗਏ ਨੇ ਬਾਹਰ ਆਊਟ ਆਫ ਦਾ ਕੰਟਰੀ, ਔਰ ਉਹਨਾਂ ਦੀ ਲੈਂਡ ਇੱਥੇ ਹੈਗੀ ਜਿਹੜੀ ਉਹ ਠੇਕੇ ਤੇ ਨਹੀਂ ਦੇ ਸਕਦੇ, ਉਹ ਠੇਕੇ ਤੇ ਦੇ ਕੇ ਜਾ ਸਕਦੇ ਨੇ।
ਔਰ ਉਹਦੇ 'ਚ ਰਜਿਸਟਰਡ ਐਗਰੀਮੈਂਟ ਹੋਏਗੀ ਜਿਹੜੀ ਅਸੀਂ ਰਿਕਮੈਂਡ ਕੀਤੀ ਹੈ। ਨੀਤੀ ਆਯੋਗ ਨੇ ਕਿਹਾ ਹੈਗਾ ਵੀ ਇਸ ਨੂੰ ਤੁਸੀਂ ਹਰ ਸਟੇਟ ਇਸ ਨੂੰ ਇੰਪਲੀਮੈਂਟ ਕਰੇ। ਉਹਨਾਂ ਨੇ ਕਿਹਾ ਹੈਗਾ that this was considered as a feudal legacy in the past, today it is an economic necessity। ਹਾਂਜੀ, ਫਿਰ ਜਿਹੜੇ ਛੋਟੇ ਜ਼ਿਮੀਂਦਾਰ ਨੇ ਉਹ ਕਈ ਦਫਾ ਆਪਣੇ ਇੰਨਾ ਨਹੀਂ ਕਰ ਸਕਦੇ ਹੋਰ ਕੰਮ 'ਚ, ਉਹ ਆਪਣੇ ਜਿਹੜਾ ਛੋਟਾ ਵੀ ਰਕਬਾ ਹੈਗਾ ਉਹ ਠੇਕੇ 'ਤੇ ਦੇ ਕੇ ਆਪਣਾ ਆਰਾਮ ਨਾਲ ਜਾ ਸਕਦੇ ਨੇ। ਰਜਿਸਟਰਡ ਐਗਰੀਮੈਂਟ ਹੋਏਗਾ ਜੇ 1 ਸਾਲ ਤੋਂ ਵੱਧ ਲੀਜ਼ ਹੋਏ। ਦੂਜੇ ਪਾਸੇ ਸਹਿਜਧਾਰੀ ਸਿੱਖ ਵੋਟਰਾਂ ਤੇ ਐਸਜੀਪੀਸੀ ਚੋਣਾਂ ਲਈ VOTING ਤੇ SSRO ਨੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਹਿਜਧਾਰੀ ਸਿੱਖ VOTING ਕਰਨਗੇ ਜਾਂ ਨਹੀਂ ਇਸ ਦਾ ਫੈਸਲਾ ਗੁਰਦੁਆਰਾ ਚੋਣ ਕਮਿਸ਼ਨ ਤੈਅ ਨਹੀਂ ਕਰ ਸਕਦਾ। ਅਸੀਂ ਐਕਟ ਦੇ ਮੁਤਾਬਕ ਹੀ ਕੰਮ ਕਰਾਂਗੇ। ਦੱਸਦੇ ਕਿ 2011 ਤੋਂ ਬਾਅਦ ਸਹਿਜਧਾਰੀ ਸਿੱਖਾਂ ਨੇ ਕੋਰਟ 'ਚ ਮੰਗ ਕੀਤੀ ਸੀ ਕਿ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ, ਜਿਸ ਤੋਂ ਬਾਅਦ 2018-19 'ਚ ਪਾਰਲੀਮੈਂਟ ਦੇ ਕਾਨੂੰਨ ਪਾਸ ਕੀਤਾ ਸੀ ਕਿ ਉਹ VOTING ਨਹੀਂ ਕਰ ਸਕਦੇ। ਇਸ ਸਭ ਤੋਂ ਬਾਅਦ ਸਹਿਜਧਾਰੀ ਸਿੱਖਾਂ ਨੇ ਕਾਨੂੰਨ ਨੂੰ ਚੈਲੰਜ ਕੀਤਾ। 2011 ਦੀ ਇਲੈਕਸ਼ਨਸ ਦੇ ਸਮੇਂ ਇਹ ਵਿਵਾਦ ਹੋਇਆ ਸੀਗਾ ਕਿ ਸਹਿਜਧਾਰੀ ਵੋਟ ਕਰਨਗੇ ਜਾਂ ਨਹੀਂ ਕਰਨਗੇ। ਮਾਮਲਾ ਕੋਰਟ ਦੇ ਵਿੱਚ ਚਲਾ ਗਿਆ। ਕਰੀਬਨ 60 ਲੱਖ ਤੋਂ ਵੱਧ ਲੋਕ ਸੀਗੇ ਜਿਹੜੇ ਵੋਟ ਕਰਨ ਤੋਂ ਰਹਿ ਗਏ, ਜਿਨ੍ਹਾਂ ਨੂੰ ਸਹਿਜਧਾਰੀ ਕਿਹਾ ਗਿਆ ਸੀਗਾ। ਲੰਬੀ ਕੋਰਟ ਦੀ ਲੜਾਈ ਚੱਲੀ ਹੈ। ਹੁਣ ਸਹਿਜਧਾਰੀ ਵੋਟਰ ਹੋਣਗੇ ਜਾਂ ਨਹੀਂ ਹੋਣਗੇ, ਦੁਬਾਰਾ ਐਸਜੀਪੀਸੀ ਦੀਆਂ ਚੋਣਾਂ 'ਚ ਵੋਟ ਕਰਨਗੇ ਜਾਂ ਨਹੀਂ ਕਰਨਗੇ, ਇਸ ਨੂੰ ਲੈ ਕੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੀ ਸੋਚ ਰਿਹਾ ਔਰ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ? ਮੈਂ ਇਸ ਤੋਂ ਤੁਹਾਨੂੰ ਪੂਰੀ ਜਾਣਕਾਰੀ ਦੱਸ ਦਿੰਦਾ ਜੀ। ਜਿਹੜਾ ਗੁਰਦੁਆਰਾ ਐਕਟ ਹੈਗਾ ਉਹਦੇ ਵਿੱਚ ਪਰਸਨ ਐਲੀਜੀਬਲ ਟੂ ਵੋਟ ਅੰਡਰ ਸੈਕਸ਼ਨ 49 ਪਹਿਲਾਂ ਸੀਗਾ ਸ਼ੁੱਡ ਨਾਟ ਸ਼ੇਵ ਔਰ ਟ੍ਰਿਮ ਹਿਜ਼ ਬੀਅਰਡ ਐਕਸਕਲੂਡਿੰਗ ਸਹਿਜਧਾਰੀ ਸਿੱਖਸ। ਹੁਣ ਜਿਹੜਾ ਵਰਡ ਐਕਸਕਲੂਡਿੰਗ ਸਹਿਜਧਾਰੀ ਸਿੱਖਸ ਹੈ ਇਹ ਓਮਿਟ ਹੋ ਗਿਆ ਹੈਗਾ ਜੀ। ਇਹਦੇ ਪਹਿਲਾਂ ਇਹ ਜਿਹੜਾ ਓਮਿਸ਼ਨ ਕੀਤੀ ਸੀ ਨਾ ਜੀ, ਡਿਲੀਟ ਕੀਤੇ ਸੀ ਇਹ ਵਰਡ, ਇਹ ਬਾਈ ਨੋਟੀਫਿਕੇਸ਼ਨ ਕੀਤੇ ਸੀ ਜੀ। ਉਹ ਨੋਟੀਫਿਕੇਸ਼ਨ ਨਾਲ ਹਾਈ ਕੋਰਟ ਦੇ ਫੁੱਲ ਬੈਂਚ ਨੇ ਸਹਿਜਧਾਰੀ ਸਿੱਖ ਐਸੋਸੀਏਸ਼ਨ ਦੇ ਕੇਸ ਵਿੱਚ ਕਿਹਾ ਸੀ ਵੀ ਇਟ ਕੈਨ ਨਾਟ ਬੀ ਡਨ ਬਾਈ ਅ ਨੋਟੀਫਿਕੇਸ਼ਨ, ਇਟ ਹੈਵ ਟੂ ਬੀ ਡਨ ਬਾਈ ਐਨ ਐਕਟ। ਇਹ ਨੋਟੀਫਿਕੇਸ਼ਨ ਸੈਂਟਰ ਗਵਰਨਮੈਂਟ ਦਾ ਸੀ? ਹਾਂ, ਇਹ ਸੈਂਟਰਲ ਗਵਰਨਮੈਂਟ ਦਾ ਨੋਟੀਫਿਕੇਸ਼ਨ ਸੀ। ਸੋ ਉਹ ਨੋਟੀਫਿਕੇਸ਼ਨ ਇਨਵੈਲੀਡੇਟ ਕਰਤਾ ਸੀ ਫੁੱਲ ਬੈਂਚ ਨੇ, ਪਰ ਕੁਐਸਚਨ ਵੈਦਰ ਦੇ ਆਰ ਸਿੱਖਸ ਔਰ ਨਾਟ ਵਾਸ ਕੈਪਟ ਓਪਨ। ਇਸ ਦੇ ਅਗੇਂਸਟ, ਇਸ ਫੈਸਲੇ ਦੇ ਅਗੇਂਸਟ, ਫੁੱਲ ਬੈਂਚ ਦੇ ਫੈਸਲੇ ਦੇ ਅਗੇਂਸਟ ਸੁਪਰੀਮ ਕੋਰਟ ਐਸਜੀਪੀਸੀ ਗਈ ਸੀ ਜੀ, ਪਰ ਉਹ ਦੀ ਪਟੀਸ਼ਨ ਪੈਂਡਿੰਗ ਦੇ ਦੌਰਾਨ ਐਕਟ ਅਮੈਂਡ ਹੋ ਗਿਆ ਸੀ ਜੀ 2016 ਨੂੰ, ਔਰ ਉਹਨਾਂ ਨੇ ਜੋ ਅਮੈਂਡਮੈਂਟ ਪਹਿਲਾਂ ਬਾਈ ਨੋਟੀਫਿਕੇਸ਼ਨ ਕੀਤੀ ਸੀ ਬਾਈ ਵੇ ਆਫ ਅਮੈਂਡਮੈਂਟ ਆਫ ਐਕਟ ਕਰ ਦਿੱਤੀ। ਉਸ ਤੋਂ ਬਾਅਦ ਉਹ ਪਟੀਸ਼ਨ SLP ਜਿਹੜੀ ਸੀ ਸੁਪਰੀਮ ਕੋਰਟ 'ਚੋਂ ਇਨਫਰਕਚੁਅਸ ਹੋ ਗਈ, ਔਰ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਵੀ ਨਾਓ ਐਕਟ ਹੈਵ ਬੀਨ ਪਾਸਡ ਫॉर देयरफॉर ਨਥਿੰਗ ਸੇ ਐਂਡ ਕੁਐਸਚਨ ਵੈਦਰ ਦੇ ਆਰ ਸਿੱਖਸ ਵਾਸ ਕੈਪਟ ਓਪਨ ਬਾਈ ਦਾ ਫੁੱਲ ਬੈਂਚ, ਦੇ ਲੈਫਟ ਇਟ ਓਪਨ। ਹੁਣ ਉਹ ਜਿਹੜੀ ਅਮੈਂਡਮੈਂਟ ਐਕਟ ਹੈਗੀ that has been challenged again by the मेरा ख्याल हरबंस सिंह कंडोला ਦੇ ਕੇਸ ਦੇ ਵਿੱਚੋਂ ਔਰ ਹੋਰ ਵੀ ਕਈ ਕੇਸਿਸ ਨੇ ਜਿਹਦੇ ਵਿੱਚ ਉਹ ਚੈਲੰਜ ਹੋਈ ਵੀ ਹੈ, ਔਰ ਉਹ ਪਟੀਸ਼ਨ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਹੈ ਜੀ। ਉਹ ਹਾਈ ਕੋਰਟ ਹੀ ਫੈਸਲਾ ਕਰੇਗੀ ਵੈਦਰ ਦੈਟ ਅਮੈਂਡਮੈਂਟ ਇਜ਼ ਵੈਲਿਡ ਔਰ ਨਾਟ। ਉਹਦੇ 'ਚ ਗੁਰਦੁਆਰਾ ਕਮਿਸ਼ਨ ਦਾ ਕੋਈ ਰੋਲ ਨਹੀਂ ਹੈ। ਮਤਲਬ ਇਹ ਸਹਿਜਧਾਰੀ ਜਿਹੜੇ ਜਿਨ੍ਹਾਂ ਨੂੰ ਸਹਿਜਧਾਰੀ ਸਿੱਖ ਕਿਹਾ ਜਾਂਦਾ ਉਹ ਵੋਟ ਕਰਨਗੇ ਜਾਂ ਨਹੀਂ ਕਰਨਗੇ, ਇਹ ਗੁਰਦੁਆਰਾ ਕਮਿਸ਼ਨ ਇਸ ਤੇ ਫੈਸਲਾ ਨਹੀਂ ਲਏਗਾ, ਜੋ ਹਾਈ ਕੋਰਟ ਡਿਸਾਈਡ ਕਰੇਗੀ ਉਹਨੂੰ ਫੋਲੋ ਕਰੋਗੇ? ਨਹੀਂ ਜੀ, ਨਹੀਂ, ਇਸ ਤਰ੍ਹਾਂ ਨਹੀਂ ਹੈ ਜੀ। ਗੁਰਦੁਆਰਾ ਕਮਿਸ਼ਨ ਵਿਲ ਗੋ ਬਾਈ ਦੀ ਐਕਟ। ਐਕਟ ਦੇ ਵਿੱਚ ਉਹਨਾਂ ਨੂੰ ਨਹੀਂ ਕਰ ਸਕਦੇ ਜੀ। ਅਕੋਰਡਿੰਗ ਗੁਰਦੁਆਰਾ ਕਮਿਸ਼ਨ ਵਿਲ ਗੋ ਬਾਈ ਵਾਟਐਵਰ ਦੀ ਲੈਜਿਸਲੇਟਿਵ ਐਕਟ ਇਜ਼। ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਤੇ ਰਿਟਾਇਰਡ ਜਸਟਿਸ SSRO ਨੇ ਕਿਹਾ ਹੈ ਕਿ ਸੁਪਰੀਮ ਕੋਰਟ 'ਚ ਕਮੇਟੀ ਨੂੰ ਵੱਖਰੀ ਚੁਣੌਤੀ ਮਿਲੀ ਹੈ, ਜ਼ਰੂਰਤ ਪਈ ਤਾਂ ਕਾਨੂੰਨੀ ਰਾਏ ਲਵਾਂਗੇ। ਉਹਨਾਂ ਕਿਹਾ ਕਿ SGPC ਇੰਟਰਸਟੇਟ ਬਾਡੀ ਹੈ, ਪੰਜਾਬ ਰੀਆਰਗੇਨਾਈਜੇਸ਼ਨ ਦੀ ਸ਼ਕਤੀਆਂ ਕੇਂਦਰ ਦੇ ਕੋਲ ਹੈ। ਹਰਿਆਣਾ ਦੇ ਵਿੱਚ ਇੱਕ ਵੱਖਰਾ ਵਿਵਾਦ ਹੋਇਆ ਸੀਗਾ ਕਿ ਹਰਿਆਣਾ ਦੇ ਵਿੱਚ ਇੱਕ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਾਵੇ। SGPC ਨੇ ਉਸ ਦਾ ਵਿਰੋਧ ਕੀਤਾ। ਪੋਲੀਟੀਕਲ ਹਲਕਿਆਂ 'ਚੋਂ ਕਿਤੇ ਵਿਰੋਧ ਹੋਇਆ, ਕਿਤੇ ਸਪੋਰਟ ਹੋਇਆ। ਗੁਰਦੁਆਰਾ ਕਮਿਸ਼ਨ ਕੀ ਕਰੇਗਾ ਉਸ ਮਸਲੇ 'ਚ? ਕੀ ਹਰਿਆਣੇ ਦੇ ਸਿੱਖਾਂ ਦੇ ਲਈ ਵੀ VOTING ਹੋਏਗੀ ਜਾਂ ਨਹੀਂ ਹੋਏਗੀ? ਜਿਹੜਾ ਹਰਿਆਣਾ ਗੁਰਦੁਆਰਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣੀ ਹੈਗੀ ਜੀ ਐਕਟ ਦੇ ਵਿੱਚ, ਉਹ ਵੀ ਸੁਪਰੀਮ ਕੋਰਟ ਦੇ ਵਿੱਚ ਅੰਡਰ ਚੈਲੰਜ ਹੈ ਜੀ। ਇਸ ਲਈ ਅਸੀਂ ਉਸ ਦੇ ਵਿੱਚ ਜਿਹੜੀ ਚੀਜ਼ ਸਬ ਜੁਡਿਸ ਹੈ ਜੀ, ਉਹਦੇ ਵਿੱਚ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ ਜੀ।
ਐਂਡ ਇਹਦੇ ਲਈ ਵੈਦਰ ਉਹ ਪਾਰਟਿਸਿਪੇਟ ਕਰੇਗੀ ਜਾਂ ਨਹੀਂ, ਸਾਨੂੰ ਸ਼ਾਇਦ ਲੀਗਲ ਰਾਏ ਲੈਣੀ ਪਵੇ, ਲੀਗਲ ਐਡਵਾਈਸ ਲੈਣੀ ਪਵੇ ਐਂਡ ਅਲਟੀਮੇਟਲੀ ਤਾਂ ਜੋ ਸੁਪਰੀਮ ਕੋਰਟ ਫੈਸਲਾ ਕਰੇਗੀ ਉਸੇ ਦੇ ਮੁਜਬ ਹੀ ਚੱਲਣਾ ਪਏਗਾ। ਔਰ ਹੋ ਸਕਦਾ ਹੈਗਾ ਜਿਹੜੇ ਵੀ ਅਫੈਕਟਡ ਪਾਰਟੀਜ਼ ਨੇ ਸ਼ਾਇਦ ਉਹਦੇ 'ਚ ਸੁਪਰੀਮ ਕੋਰਟ ਜਾਣ ਐਂਡ ਜੋ ਵੀ ਉਹਦੇ 'ਚ ਸੁਪਰੀਮ ਕੋਰਟ ਡਾਇਰੈਕਸ਼ਨ ਦੇਗੀ ਉਹੀ ਕੰਪਲਾਈ ਵਿਥ ਹੋਣਗੇ ਜੀ। ਤੁਸੀਂ ਸਰ ਥੋੜਾ ਜਿਹਾ ਇਹ ਦੱਸ ਦਿਓ, ਹਰਿਆਣਾ ਦੇ ਵਿੱਚ ਜਿਹੜਾ ਵਿਵਾਦ ਸੀਗਾ ਕਿ ਹਰਿਆਣਾ ਦੇ ਸਿੱਖ SGPC ਲਈ ਵੋਟ ਕਰਨਗੇ ਜਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟ ਕਰਨਗੇ? ਮੈਂ ਉਸ ਬਾਰੇ ਕੁਝ ਨਹੀਂ ਕਹਿ ਸਕਦਾ ਜੀ, ਵੀ ਉਹ ਦੈਟ ਇਜ਼ ਇੰਟਾਇਰਲੀ ਉਹਨਾਂ ਦੀ ਆਪਣੀ ਡਿਸੀਜਨ ਹੈਗੀ ਜੀ, ਵੀ ਉਹ ਕੀ ਕਰਨਗੇ ਨਾ ਮੈਨੂੰ ਕਰਨਾ ਚਾਹੀਦਾ ਜੀ ਕਮੈਂਟ, ਨਾ ਮੈਂ ਕਰ ਸਕਦਾ ਜੀ। ਉਹ ਤਾਂ ਦੈਟ ਇਜ਼ ਅਪ ਟੂ ਦੈਮ ਵੀ ਉਹ ਕੀ ਕਰਦੇ ਨੇ, ਉਹ ਤਾਂ ਲੀਗਲ ਇਸ਼ੂ ਹੈਗਾ। ਇਹ ਮੈਂ ਸਵਾਲ, ਮੈਂ ਇਹਦਾ ਸ਼ਬਦ ਬਦਲ ਦਿੰਦਾ, ਸ਼ਬਦ ਇਹ ਕਰ ਦਿੰਦਾ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਵੋਟਰ ਸੂਚੀਆਂ ਹੁਣ ਪੰਜਾਬ ਦੇ ਵਿੱਚ DCs ਨੂੰ ਕਹਿ ਦੇਣਾ ਅਪਡੇਟ ਕਰੋ, ਹਨਾ, ਪੰਜਾਬ ਦੇ ਵਿੱਚ ਹੋ ਜਾਣੀਆਂ, ਹਰਿਆਣੇ ਦੇ ਵਿੱਚ ਆਪਣੇ ਵੱਲੋਂ ਅਜੇ ਇੰਸਟਰਕਸ਼ਨ ਤੁਸੀਂ ਦੇਣੀਆਂ ਕਿ ਹਰਿਆਣੇ ਦੇ DCs ਜਿਹੜੀਆਂ ਵੋਟਰ ਸੂਚੀਆਂ ਬਣਾਉਣ? ਇਸ ਬਾਰੇ ਸਟੱਡੀ ਕਰਾਂਗੇ ਜੀ ਐਕਟ ਨੂੰ ਔਰ ਲੀਗਲ ਰਾਏ ਲਵਾਂਗੇ ਜੀ। ਮੈਂ ਇਸ ਸਟੇਜ ਤੇ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਲੀਗਲ ਰਾਏ ਤੁਸੀਂ ਕਿੱਥੋਂ ਲਵੋਗੇ? ਲੀਗਲ ਰਾਏ ਦਾ ਮਸਲਾ ਇਹ ਹੈ ਕਿਉਂਕਿ ਸਹਿਜਧਾਰੀ ਕੇਸਾਂ ਦੇ ਵਿੱਚ ਵੀ ਪੰਜਾਬ ਹੈ ਔਰ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਹਰਿਆਣਾ ਇਨਵੋਲਵ ਹੈ, ਦੋਵੇਂ ਸਟੇਟ ਪਾਰਟੀ ਹੈਗੇ। ਜਿਹੜੀ ਸੈਂਟਰਲ ਸਾਡੀ ਜਿਹੜੀ ਅਪਾਇੰਟਮੈਂਟ ਔਰ ਜਿਹੜੀ ਇਲੈਕਸ਼ਨਸ ਕਰਦੇ ਨੇ ਮੇਰੀ, ਉਹ ਸੈਂਟਰਲ ਗਵਰਨਮੈਂਟ ਦੇ ਨਾਲ ਹੁੰਦੀ ਹੈ। ਜਿਹੜੀ SGPC ਹੈ ਉਹ ਅੱਜ ਦੇ ਦਿਨ ਇੰਟਰ ਸਟੇਟ ਬੋਡੀ ਕਾਰਪੋਰੇਟ ਹੈ ਜੀ। ਜਿਹੜੇ ਗੁਰਦੁਆਰੇ ਨੇ ਉਹ ਪੰਜਾਬ 'ਚ ਵੀ ਨੇ, ਹਰਿਆਣੇ 'ਚ ਵੀ ਨੇ, ਹਿਮਾਚਲ 'ਚ ਵੀ ਨੇ ਔਰ UT ਚੰਡੀਗੜ੍ਹ 'ਚ ਵੀ ਨੇ। ਇਹ ਸਾਰੇ ਗੁਰਦੁਆਰਿਆਂ ਦਾ ਇੰਟਰ ਸਟੇਟ ਬੋਡੀ ਕਾਰਪੋਰੇਟ ਇਹ ਰੂਪ ਇਹਦਾ ਹੈਗਾ। ਇਟ ਇਜ਼ ਨਾਟ ਕਨਫਾਈਨਡ ਓਨਲੀ ਟੂ ਪੰਜਾਬ ਸਟੇਟ। ਇਸ ਕਰਕੇ ਇਹਦੀ ਜਿਹੜੀ ਕੰਡਕਟ ਆਫ ਇਲੈਕਸ਼ਨਸ ਹੈਗੀ ਜੀ ਉਹ ਅੰਡਰ ਦਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਵੈਸਟ ਵਿਦ ਦਾ ਸੈਂਟਰਲ ਗਵਰਨਮੈਂਟ। ਇਸ ਲਈ ਜੇ ਲੀਗਲ ਰਾਏ ਲੈਣੀ ਪਈ ਤਾਂ ਸੈਂਟਰਲ ਗਵਰਨਮੈਂਟ ਦੀ ਜਿਹੜੀ ਏਜੰਸੀ ਹੈ ਹੋ ਸਕਦਾ ਅਸੀਂ ਉਹਨਾਂ ਤੋਂ ਹੀ ਲਈਏ ਤਾਂ ਕਿ ਕੋਈ ਵੀ ਕਿਸੇ ਪਾਰਟੀ ਨੂੰ ਕੋਈ ਉਹ ਨਾ ਹੋਵੇ। ਬਟ ਇਹ ਦਿਸ ਹੈਵ ਟੂ ਬੀ ਲੀਗਲੀ ਐਗਜ਼ਾਮਿਨਡ ਬਾਈ ਮੀ ਐਂਡ ਇਸ ਲੀਗਲ ਰਾਏ ਵੀ ਲੈਣੀ ਪੈ ਸਕਦੀ ਹੈਗੀ। ਵਾਟ ਇਜ਼ ਟੂ ਬੀ ਡਨ ਇਨ ਦਿਸ ਕੇਸ, ਆਈ ਵਿਲ not in a position to say anything in this regard at present। ਤੇ ਸਾਨੂੰ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਤੇ ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਮੋਹਾਲੀ 'ਚ ਗੋਲੀਆਂ ਮਾਰ ਕੇ ਕਤਲ। ਮੋਹਾਲੀ ਦੇ SSP ਸਤਿੰਦਰ ਸਿੰਘ ਨੇ ਦੱਸਿਆ ਪੂਰਾ ਮਾਮਲਾ। ਖੇਲ ਪੁਰਸਕਾਰ ਦਾ ਨਾਂ ਬਦਲਣ ਤੇ ਭੜਕੇ ਜੈਵੀਰ ਸ਼ੇਰਗਿੱਲ, ਭਾਜਪਾ ਸਰਕਾਰ ਤੇ ਕੱਢੀ ਭੜਾਸ। SGPC ਚੋਣ ਕਮਿਸ਼ਨਰ ਦਾ ਚਾਰਜ ਸੰਭਾਲਣ ਤੋਂ ਬਾਅਦ ਜਸਟਿਸ SS ਸਾਰੋ ਨੇ ਦੈਨਿਕ ਸਵੇਰਾ ਨਾਲ ਕੀਤੀ ਖਾਸ ਗੱਲਬਾਤ। ਚੋਣ ਪ੍ਰਕਿਰਿਆ ਨੂੰ ਲੈ ਕੇ ਕੀਤੀ ਗੱਲਬਾਤ। ਸਹਿਧਾਰੀ ਸਿੱਖ ਵੋਟਰਾਂ ਦੇ SGPC ਚੋਣਾਂ ਲਈ VOTING ਮਾਮਲੇ 'ਚ ਐਕਟ ਮੁਤਾਬਿਕ ਹੋਵੇਗਾ ਕੰਮ। ਗੁਰਦੁਆਰਾ ਚੋਣ ਕਮਿਸ਼ਨ ਨਹੀਂ ਕਰੇਗਾ ਤੈਅ।